ਦੇ ਵਿੱਚ ਇਸ ਤਰ੍ਹਾਂ ਦਾ ਹਮਲਾ ਹੁੰਦਾ ਤਾਂ ਫਿਰ ਇਹਦੇ ਕੀ ਅਰਥ ਨਿਕਲਦੇ ਆ ਕਿ ਕਿਤੇ ਨਾ ਕਿਤੇ ਕੋਈ ਸਾਜ਼ਿਸ਼ ਹੈ ਕਿ ਉਸ ਸਿੱਖਾਂ ਦੀ ਮਹਾਨ ਸੰਸਥਾ ਨੂੰ ਜਿਹੜਾ ਉਹ ਨੀਵਾਂ ਦਿਖਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਗਈ ਆ, ਜਿਹਦਾ ਕਿ ਮੈਂ ਸਮਝਦਾ ਕਿ ਸਾਰਿਆਂ ਨੂੰ ਰਲ ਕੇ ਜਿਹੜਾ ਸਾਨੂੰ ਨਿਖੇਧੀ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਇਸ ਕਰਕੇ ਅਸੀਂ ਪ੍ਰਧਾਨ ਸਾਹਿਬ ਦੇ ਉੱਤੇ ਹੋਏ ਹਮਲੇ ਦੀ ਸਖਤ ਲਫ਼ਜ਼ਾਂ ਦੇ ਵਿੱਚ ਫਿਰ ਨਿਖੇਧੀ ਕਰਦੇ ਹਾਂ। ਇਹਦੇ ਪਿੱਛੇ ਜਿਹੜੀ ਸਾਜ਼ਿਸ਼ ਆ ਉਹ ਪ੍ਰਬੰਧਕਾਂ ਨੂੰ ਚਾਹੀਦਾ ਕਿ ਉਹਨੂੰ ਬੇਨਕਾਬ ਕਰਨ ਕਿ ਉਹ ਕਿਹੜੇ ਲੋਕ ਸੀ, ਉਹਨਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ, ਪਹਿਚਾਣ ਕੀਤੀ ਜਾਵੇ, ਉਹ ਕਿੰਨੇ ਸਮੇਂ ਤੋਂ ਉੱਥੇ ਸੀ, ਕੀ ਉਹਨਾਂ ਦੇ ਬਾਰੇ 'ਚ ਪ੍ਰਬੰਧਕਾਂ ਨੂੰ ਜਾਣਕਾਰੀ ਸੀ ਕਿ ਨਹੀਂ ਸੀ। ਇਸ ਕਰਕੇ ਜਿਨ੍ਹਾਂ ਨੇ ਵੀ ਸਟੇਜ ਦੇ ਉੱਤੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਉਹ ਲੋਕ ਕੌਣ ਸਨ, ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਹੈਗਾ ਪ੍ਰਬੰਧਕਾਂ ਨੂੰ ਪਬਲਿਕ ਕਰਨੀਆਂ ਚਾਹੀਦੀਆਂ ਤਾਂ ਜੋ ਸੰਗਤ ਦੀ ਜਿਹੜੀ ਆ ਉਹ ਸੰਤੁਸ਼ਟੀ ਹੋ ਸਕੇ। ਬਾਕੀ ਜਿੱਥੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਦਾ ਸੰਬੰਧ ਆ ਉਹਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਪਹਿਲੇ ਕਹਿ ਗਏ ਔਰ ਸ਼੍ਰੋਮਣੀ ਅਕਾਲੀ ਦਲ ਵੀ ਉਹਦੇ ਵਾਸਤੇ ਦਿਨ ਰਾਤ ਲੱਗਿਆ ਹੋਇਆ। ਜੋ ਵੀ ਸਾਡੀ ਡਿਊਟੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਹੁਕਮ ਆਇਆ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਪਰਾਲੇ ਕੀਤੇ, ਜੋ ਸਾਡਾ ਰੋਲ ਬਣਦਾ ਉਹਦੇ ਤੇ ਅਸੀਂ ਡਟ ਕੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਉਹ ਪਹਿਰਾ ਦਿੰਦੇ ਰਹਾਂਗੇ। ਬਾਕੀ ਮਲੂਕਾ ਸਾਹਿਬ ਜਿਹੜਾ ਮੇਰੇ ਸਾਥੀ ਉਹ ਕੁਛ ਹੋਰ ਐਡ ਕਰ। ਸਾਰੇ ਸਤਿਕਾਰਯੋਗ ਮੇਰੇ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਸੀਨੀਅਰ ਲੀਡਰਸ਼ਿਪ, ਸਾਰੀ ਸਤਿਕਾਰਯੋਗ ਪ੍ਰੈਸ, ਵੈਸੇ ਤਾਂ ਸਾਰੀਆਂ ਗੱਲਾਂ ਪਹਿਲਾਂ ਧਾਮੀ ਸਾਹਿਬ ਵੀ ਕਹਿ ਗਏ ਨੇ, ਚੀਮਾ ਸਾਹਿਬ ਨੇ ਵੀ ਡਿਟੇਲ ਨਾਲ ਤੁਹਾਨੂੰ ਦੱਸ ਹੀ ਦਿੱਤਾ ਤੇ ਤੁਹਾਨੂੰ ਵੀ ਬਹੁਤੀਆਂ ਗੱਲਾਂ ਦਾ ਪਤਾ ਹੀ ਹੈ। ਬੜੀ ਹੈਰਾਨੀ ਹੁੰਦੀ ਹੈ ਕਈ ਵਾਰੀ ਕਿ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਉਹ ਆਪ ਸਾਰੇ ਜਿਹੜੇ ਜ਼ਿੰਮੇਵਾਰ ਸੱਜਣ ਹੈ, ਜਿਹੜੇ ਇੱਕ ਦੋ ਰੌਲਾ ਪਾਉਣ ਦੇ ਵਿੱਚ ਵੀ ਜਿਨ੍ਹਾਂ ਨੇ ਰੌਲਾ ਪਵਾਇਆ ਉਹ ਵੀ ਧਾਮੀ ਸਾਹਿਬ ਦੇ ਘਰ ਜਾ ਕੇ ਉਹਨਾਂ ਨੂੰ ਸੱਦਾ ਦੇ ਕੇ ਆਏ ਨੇ ਕਿ ਜੀ ਤੁਸੀਂ ਜ਼ਰੂਰ ਆਓ, ਇਸ ਕਾਜ ਦੇ ਵਿੱਚ ਤੁਹਾਡਾ ਆਉਣਾ ਹੈ। ਭਾਵੇਂ ਉਹਨਾਂ ਨੇ ਆਪ ਵੀ ਜਾਣਾ ਸੀ, ਇਹ ਨਹੀਂ ਕਿ ਉਹਨਾਂ ਨੇ ਜਾਣਾ ਨਹੀਂ ਸੀ। ਧਾਮੀ ਸਾਹਿਬ ਇੱਕ ਨੇਕ ਤੇ ਸ਼ਰੀਫ ਇਨਸਾਨ ਹੈ, ਉਹ ਹਰੇਕ ਥਾਂ ਆਪ ਹੀ ਜਾਂਦੇ ਆ, ਕਿਉਂਕਿ ਸਭ ਤੋਂ ਵੱਡੀ ਜਿਹੜੀ ਸੰਸਥਾ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਦੇ ਉਹ ਪ੍ਰਧਾਨ ਚੁਣੀ ਹੋਈ ਸੰਸਥਾ ਸਿੱਖ ਕੌਮ ਦੀ, ਉਹਦੇ ਪ੍ਰਧਾਨ ਆ, ਉਹਨਾਂ ਦੀ ਆਪਣੀ ਵੀ ਹੈ ਤੇ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਉੱਤੇ ਸਾਰਾ ਕੁਛ ਸ਼ੁਰੂ ਤੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆਪਾਂ ਸਾਰੇ ਅਕਾਲੀ ਦਲ ਰਲ ਕੇ ਹੋਰ ਵੀ ਸਾਰੇ ਜਿਹੜੇ ਗੁਰੂ ਨਾਨਕ ਨਾਮ ਲੇਵਾ ਸਿੱਖ ਆ, ਜਿਹੜੇ ਸਿਆਣੇ ਲੋਕ ਹੈ, ਉਹ ਸਾਰੇ ਇਸ ਪਾਸੇ ਲੱਗੇ ਹੋਏ ਨੇ। ਪਰ ਇਹ ਜੀ ਮੰਦਭਾਗੀ ਘਟਨਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਉੱਤੇ ਹਮਲਾ ਕਰਨਾ, ਉੱਥੇ ਬੁਲਾ ਕੇ ਆਪ ਸਾਰੇ, ਇਹ ਇੱਕ ਬਹੁਤ ਹੀ ਵੱਡੀ ਡੂੰਘੀ ਸਾਜ਼ਿਸ਼ ਹੈ। ਜਿੰਨੀ ਇਹਦੀ ਨਿੰਦਿਆ ਕੀਤੀ ਜਾਵੇ ਉਨੀ ਥੋੜ੍ਹੀ ਹੈ ਤੇ ਇਹਦੀ ਡੂੰਘਾਈ ਤਾਈਂ ਸਰਕਾਰਾਂ ਨੂੰ ਵੀ ਜਾਣਾ ਚਾਹੀਦਾ, ਏਜੰਸੀਆਂ ਨੂੰ ਵੀ ਜਾਣਾ ਚਾਹੀਦਾ, ਪ੍ਰਬੰਧਕਾਂ ਨੂੰ ਵੀ ਜਾਣਾ ਚਾਹੀਦਾ ਜਿਨ੍ਹਾਂ ਨੇ ਉੱਥੇ ਸੱਦ ਕੇ ਸਾਰਾ ਕੁਝ ਕੀਤਾ। ਸੋ ਇਹ ਕੁਝ ਲੋਕ ਐਸੇ ਨੇ ਜਿਹੜੇ ਚਾਹੁੰਦੇ ਹੀ ਨਹੀਂ ਕਿ ਸਿੱਖਾਂ ਦੇ ਮਸਲੇ ਹੱਲ ਹੋ ਜਾਣ। ਸਿੱਖਾਂ ਦੇ ਮਸਲੇ ਹੱਲ ਇਸੇ ਕਰਕੇ ਨਹੀਂ ਹੋ ਰਹੇ, ਇਹੋ ਜਿਹੇ ਲੋਕ ਕੌਮ ਦੇ ਵਿੱਚ ਬੈਠੇ ਆ ਜਿਹੜੇ ਤਾਰ ਪੀਡੋ ਕਰਦੇ ਹੀ ਰਹਿੰਦੇ ਆ ਉਹਨਾਂ ਏਜੰਸੀਆਂ ਦੇ ਸ਼ਹਿਰਾਂ ਦੇ ਉੱਤੇ, ਇਹਨਾਂ ਮਸਲਿਆਂ ਨੂੰ ਤਾਰ ਪੀਡੋ ਕਰਦੇ ਰਹਿੰਦੇ ਆ ਤਾਂ ਕਿ ਕੋਈ ਗੱਲ ਸਿਰੇ ਨਾ ਲੱਗੇ। ਇਹ ਜਾਵੇ ਦੁਨੀਆ ਦੇ ਵਿੱਚ ਗੱਲ ਵੀ, ਜਾਂ ਗੌਰਮੈਂਟਾਂ ਦੇ ਵਿੱਚ ਗੱਲ ਵੀ, ਇਹ ਤਾਂ ਆਪ ਹੀ ਦੀ ਲੜੀ ਜਾਂਦੇ ਆ, ਅਸੀਂ ਕਰੀਏ ਤਾਂ ਆਪ ਹੀ ਦੀ ਲੜੀ ਜਾਂਦੇ ਆ। ਸੋ ਇੱਕ ਬਹੁਤ ਵੱਡੀ ਡੂੰਘੀ ਸਾਜ਼ਿਸ਼ ਹੈ, ਬਹੁਤ ਡੂੰਘੀ ਚਾਲ ਹੈ। ਅਸੀਂ ਇਹਦੀ ਪੂਰੀ ਨਿੰਦਿਆ ਕਰਦੇ ਹਾਂ ਜ਼ੋਰ ਨਾਲ। ਇਹਦੀ ਸਾਰੀ ਪੜਤਾਲ ਹੋਣੀ ਚਾਹੀਦੀ ਹੈ ਤੇ ਉਹ ਪ੍ਰਬੰਧਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਜਿਨ੍ਹਾਂ ਨੇ ਧਾਮੀ ਸਾਹਿਬ ਨੂੰ ਘਰ ਜਾ ਕੇ ਸੱਦਾ ਦੇ ਕੇ ਆਏ ਆ, ਸਾਰੇ ਜਣੇ ਜਾ ਕੇ ਦੇ ਕੇ, ਭਾਵੇਂ ਉਹਨਾਂ ਦੀ ਆਪਣੀ ਵੀ ਡਿਊਟੀ, ਉਹ ਲੱਗੇ ਹੋਏ ਨੇ ਬੜੇ ਜ਼ੋਰ ਦੇ ਨਾਲ, ਪਰ ਉਹਨਾਂ ਦੀ ਵੀ ਡਿਊਟੀ ਬਣਦੀ ਹੈ ਕਿ ਸਾਰੀ ਸਾਜ਼ਿਸ਼ ਨੂੰ ਨੰਗਾ ਕਰਨ, ਓਪਨਲੀ ਕੰਡੈਮ ਕਰਨ ਸਾਰੀ ਗੱਲ ਨੂੰ। ਹੋਰ ਵੀ ਜੋ ਕਾਰਵਾਈ ਕਰਨੀ ਬਣਦੀ ਹੈ ਪ੍ਰਬੰਧਕਾਂ ਦੀ ਡਿਊਟੀ ਬਣਦੀ ਹੈ। ਜਿਵੇਂ ਕੋਈ ਘਰੇ ਆਇਆ ਮਹਿਮਾਨ ਹੁੰਦਾ, ਤੁਸੀਂ ਇੱਥੇ ਆਏ ਆ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਵਿੱਚ, ਤੁਸੀਂ ਸਾਡੇ ਮਹਿਮਾਨ ਆ ਸਾਰੇ, ਇੱਥੇ ਤੁਹਾਨੂੰ ਕੋਈ ਮਾੜਾ ਚੰਗਾ ਭੋਰਾ ਵੀ ਕੋਈ ਬੋਲਦਾ, ਉਹ ਸਾਡੀ ਡਿਊਟੀ ਹੈ ਕਿ ਨਹੀਂ ਬੋਲ ਸਕਦਾ ਕੋਈ ਵੀ ਬੰਦਾ, ਉਹ ਸਾਡੀ ਡਿਊਟੀ ਹੈ। ਸੋ ਇਸ ਕਰਕੇ ਉਹ ਡਿਊਟੀ ਬਣਦੀ ਸੀ ਪ੍ਰਬੰਧਕਾਂ ਦੀ। ਜਾਂ ਤਾਂ ਜਾਣ-ਬੁੱਝ ਕੇ ਕੋਈ ਸ਼ਰਾਰਤ ਕੀਤੀ ਗਈ ਹੈ, ਜਾਣ-ਬੁੱਝ ਕੇ ਸੱਦਾ ਦਿੱਤਾ ਗਿਆ ਇਹ ਕੰਮ ਕਰਨ ਦੇ ਮਾਰਿਆਂ ਨੇ, ਪਰ ਇਹਨਾਂ ਗੱਲਾਂ ਦੇ ਨਾਲ ਸਿੱਖ ਕੌਮ ਦਾ ਕੋਈ ਫਾਇਦਾ ਨਹੀਂ ਹੋਣਾ, ਨੁਕਸਾਨ ਹੀ ਹੋਣਾ ਤੇ ਨੁਕਸਾਨ ਹੋਇਆ ਅੱਗੇ ਵੀ ਬਹੁਤ ਵੱਡਾ। ਹੁਣ ਤਾਈਂ ਜਿਹੜੀਆਂ ਸਾਡੀਆਂ ਪ੍ਰਾਪਤੀਆਂ ਨਹੀਂ ਹੋ ਸਕੀਆਂ, ਜਿਹੜੀਆਂ ਅਸੀਂ ਚਾਹੁੰਦੇ ਹਾਂ ਸਾਰੀਆਂ, ਜਿਹੜੀਆਂ ਕਿ ਜਾਇਜ਼ ਗੱਲਾਂ ਨੇ ਸਿੱਖ ਕੌਮ ਦੀਆਂ, ਕੁਛ ਜਾਂ ਪੰਜਾਬ ਦੀਆਂ ਕੁਛ ਗੱਲਾਂ ਨੇ, ਕੁਛ ਸਿੱਖ ਕੌਮ ਦੀਆਂ ਗੱਲਾਂ ਨੇ, ਜਾਇਜ਼ ਗੱਲਾਂ ਨੇ, ਉਹ ਜਿਵੇਂ ਆਪਣਾ ਇਹਨਾਂ ਦਾ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੈ, ਰਾਜੀਵ ਗਾਂਧੀ ਦੇ ਕਾਤਲਾਂ ਨੂੰ ਤਾਂ ਛੱਡ ਦਿੱਤਾ ਜਾਂਦਾ, ਪ੍ਰਧਾਨ ਮੰਤਰੀ ਸਾਬਕਾ ਦੇਸ਼ ਦੇ ਮਾਰੇ ਗਏ ਉਹਨਾਂ ਨੂੰ ਤਾਂ ਛੱਡ ਦਿੱਤਾ ਜਾਂਦਾ, ਤੇ ਇੱਥੇ ਕਿ ਇਹ ਛੱਡੇ ਨਹੀਂ ਜਾ ਸਕਦੇ ਸਜ਼ਾ ਪੂਰੀਆਂ ਕਰਕੇ। ਕੈਦ ਹੀ ਹੁੰਦੀ ਹੈ ਨਾ, ਅਦਾਲਤਾਂ ਦੇ ਫੈਸਲੇ ਹੀ ਆ ਨਾ, ਜੋ ਅਦਾਲਤਾਂ ਨੇ ਫੈਸਲੇ ਕਰਤੇ ਮੰਨ ਲਏ ਤੇ ਹੁਣ ਉਦੋਂ ਬਾਅਦ ਫਿਰ ਤੁੱਕੀ ਨਹੀਂ ਬਣਦੀ ਕੋਈ। ਚਲੋ ਲੜਾਈ ਲੰਮੀ ਹੈ, ਮੈਂ ਉਹਦੇ 'ਚ ਨਹੀਂ ਪੈਂਦਾ,
ਸੋ ਮੈਂ ਕਹਿੰਦਾ ਕਿ ਅਸੀਂ ਇਹ ਗੱਲ ਆ ਜਿਹੜੀ ਇਹਦੀ ਬੜੀ ਡੂੰਘਾਈ ਤੇ ਇੱਕ ਪਾਰਟੀ ਵੀ ਜਾਏਗੀ ਤਾਂ ਸਾਰਾ ਕੁਝ ਸੋਚਾਂਗੇ, ਅੱਗੇ ਨੂੰ ਵੀ ਵਿਚਾਰ ਕਰਾਂਗੇ ਕਿ ਅਸੀਂ ਅੱਗੇ ਨੂੰ ਕੀ ਕਰਨਾ, ਕਿਵੇਂ ਚਲਾਉਣਾ। ਅਸੀਂ ਸਿੱਖ ਕੌਮ ਦੇ ਮਸਲਿਆਂ ਦੀ ਖਾਤਰ, ਬੰਦੀ ਸਿੰਘਾਂ ਦੇ ਰਿਹਾਈ ਦੀ ਖਾਤਰ, ਪੰਜਾਬ ਦੇ ਮਸਲਿਆਂ ਦੀ ਖਾਤਰ ਇਹੋ ਜਿਹੇ ਲੋਕਾਂ ਤੋਂ ਡਰ ਕੇ ਕਦੇ ਪਿੱਛੇ ਨਹੀਂ ਹਟਾਂਗੇ। ਕਦੇ ਵੀ ਨਹੀਂ ਅਕਾਲੀ ਦਲ ਪਿੱਛੇ ਹਟੂਗਾ। ਨਾ ਅਕਾਲੀ ਦਲ ਨੇ ਕਦੇ ਕਿਸੇ ਨੂੰ ਡਰਾਇਆ ਤੇ ਨਾ ਅਕਾਲੀ ਦਲ ਕਿਸੇ ਤੋਂ ਡਰਿਆ ਕਦੇ। ਹੁਣ ਵੀ ਦਲੇਰੀ ਨਾਲ ਅਸੀਂ ਇਹ ਸਾਰੇ ਮਸਲੇ ਉਠਾਉਂਦੇ ਰਵਾਂਗੇ, ਦਲੇਰੀ ਨਾਲ ਅੱਗੇ ਲਿਜਾਂਦੇ ਰਵਾਂਗੇ। ਇਹੋ ਜਿਹੇ ਲੋਕਾਂ ਤੋਂ ਅਸੀਂ ਕੋਈ ਡਰ ਕੇ ਜਾਂ ਕਿਸੇ ਗੱਲ ਦੇ ਉੱਤੇ ਪਿੱਛੇ ਨਹੀਂ ਹਟਾਂਗੇ। ਹੋਰ ਤਕੜੇ ਹੋ ਕੇ ਇਸ ਲੜਾਈ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ। ਜਿੰਨਾ ਚਿਰ ਅਸੀਂ ਇਹਦੇ ਤੇ ਜਿੱਤਾਂ ਨਹੀਂ ਪ੍ਰਾਪਤ ਕਰ ਲੈਂਦੇ ਉਹਨਾਂ ਚਿਰ ਅਸੀਂ ਟਿਕ ਕੇ ਨਹੀਂ ਬੈਠੇ ਰਵਾਂਗੇ। ਸੋ ਮੈਂ ਤੇ ਸਾਡੀ ਸਾਰੀ ਜਿਹੜੀ ਪਾਰਟੀ ਆ ਸਾਰੀ, ਅਸੀਂ ਇਸ ਘਟਨਾ ਦੀ, ਕਿਉਂਕਿ ਕੌਮ ਦੇ ਪ੍ਰਧਾਨ ਦੇ ਉੱਤੇ ਹਮਲਾ, ਇੱਕ ਬੰਦੇ ਦੇ ਉੱਤੇ ਹਮਲਾ ਨਹੀਂ, ਕੁਝ ਵੀ ਹੋ ਸਕਦਾ ਸੀ ਉੱਥੇ। ਜਿਵੇਂ ਸਾਨੂੰ ਦੱਸਿਆ ਗਿਆ ਟਰੈਕਟਰ ਅੜਾ ਕੇ ਮੂਹਰੇ ਦੂਜਿਆਂ ਦੀਆਂ ਗੱਡੀਆਂ ਨੂੰ ਵੀ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਇੱਥੋਂ ਲੱਗਦਾ ਕੋਈ ਸਾਜ਼ਿਸ਼ ਸੀ ਬੜੀ ਡੂੰਘੀ, ਕੋਈ ਖਾਨਾ ਜੰਗੀ ਕਰਾਉਣ ਦੀ ਕੁਝ ਲੋਕਾਂ ਦੀ। ਸੋ ਉਹ ਸਾਰੇ ਲੋਕਾਂ ਦੇ ਸਾਹਮਣੇ ਆ ਕੇ ਨੰਗੇ ਹੋਣੇ ਚਾਹੀਦੇ ਆ। ਸੋ ਅਸੀਂ ਸਾਰੇ ਇਹਨਾਂ ਦੀ ਪੂਰੀ ਜ਼ੋਰ ਫਿਰ ਨਿੰਦਿਆ ਕਰਦੇ ਹਾਂ ਸਾਰੇ। ਇੱਕ ਮੈਂ ਤੁਹਾਡੇ ਤੋਂ ਕਹਿਣਾ ਚਾਹਾਂਗਾ, ਪ੍ਰੋਫੈਸਰ ਚੰਦੂ ਮਾਜਰਾ ਸਾਹਿਬ ਰਸਤੇ 'ਚ ਸੀਗੇ, ਟ੍ਰੈਫਿਕ ਜ਼ਿਆਦਾ ਕਰਕੇ ਥੋੜ੍ਹੇ ਜਿਹੇ ਲੇਟ ਹੋ ਗਏ। ਉਹਨਾਂ ਦੀ ਹਾਜ਼ਰੀ ਜ਼ਰੂਰ ਲਾ ਲਿਓ। ਜੇ ਕਿਸੇ ਨੇ 1 to 1 ਕਰਨਾ ਤਾਂ ਚੀਮਾ ਸਾਹਿਬ ਪੁਲਿਸ ਕਾਰਵਾਈ ਚੀਮਾ ਸਾਹਿਬ ਪੁਲਿਸ ਕਾਰਵਾਈ ਸਾਜ਼ਿਸ਼ ਹੋਈ ਆ। ਚੀਮਾ ਸਾਹਿਬ ਨੇ ਵੀ ਕਿਹਾ, ਪਹਿਲਾਂ ਧਾਮੀ ਸਾਹਿਬ ਵੀ ਕਹਿ ਕੇ ਗਏ ਆ ਕਿ ਇਹ ਬਹੁਤ ਵੱਡੀ ਸਾਜ਼ਿਸ਼ ਆ। ਇੱਕ ਤਾਂ ਇਹ ਦੱਸਿਆ ਜਾ ਵੀ ਇਹ ਕਿਹਦੀ ਸਾਜ਼ਿਸ਼ ਆ। ਦੂਜੀ ਗੱਲ ਮਲੂਕਾ ਸਾਹਿਬ ਨੇ ਕਿਹਾ ਕਿ ਪੜਤਾਲ ਹੋਣੀ ਚਾਹੀਦੀ ਹੈ। ਪੜਤਾਲ ਕੌਣ ਕਰੇਗੀ? ਦੇਖੋ ਜਿਹੜੀ ਸਾਜ਼ਿਸ਼ ਹੁੰਦੀ ਹੈ ਉਹ ਹੁਣ ਅਸੀਂ ਤਾਂ ਲੱਭਣੀ ਨਹੀਂ, ਨਾ ਸਾਡੇ ਕੋਲ ਕੋਈ ਅਥਾਰਟੀ ਹੈ। ਇਹ ਸਰਕਾਰਾਂ ਨੇ ਲੱਭਣੀ ਹੁੰਦੀ ਹੈ ਇਹੋ ਜਿਹੀ ਗੱਲ। ਇਹ ਸਰਕਾਰਾਂ ਕਾਹਦੇ ਵਾਸਤੇ ਨੇ, ਸਰਕਾਰਾਂ ਦੀਆਂ ਏਜੰਸੀਆਂ ਕਾਹਦੇ ਵਾਸਤੇ ਨੇ? ਉਹ ਸਾਰਾ ਇਹ ਗੱਲ ਦਾ ਪੜਤਾਲ ਕਰਕੇ ਲੋਕਾਂ 'ਚ ਨੰਗੀ ਰੱਖਣ। ਜਿਹੜੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਉਹ ਕਰਕੇ ਦੇਣ। ਜੇ ਸਰਕਾਰ ਨਹੀਂ ਕਰਦੀ ਤਾਂ ਫਿਰ ਬੇਈਮਾਨ ਹੈ। ਚੀਮਾ ਸਾਹਿਬ ਪੁਲਿਸ ਕਾਰਵਾਈ ਮੰਗਦੇ ਹੋ ਤੁਸੀਂ? ਪੁਲਿਸ ਕਾਰਵਾਈ ਕੁਝ ਦੇਖੋ ਗੱਲ ਇਹ ਹੈ ਕਿ ਬਣਦੀ ਆ, ਅਸੀਂ ਤਾਂ ਕਹਿੰਦੇ ਆ ਪ੍ਰਬੰਧਕਾਂ ਦੀ ਪੂਰੀ ਜ਼ਿੰਮੇਵਾਰੀ ਬਣਦੀ ਹੈ। ਪ੍ਰਬੰਧਕ ਤਾਂ ਨਖੇਦੀ ਕਰ ਰਹੇ ਸੀ, ਆਪ ਕਹਿੰਦੇ ਨਹੀਂ ਚੰਗੀ ਗੱਲ ਆ, ਨਖੇਦੀ ਕਰਦੇ ਅਸੀਂ ਕਹਿੰਦੇ ਆ। ਫਰਦਰ ਕੋਈ ਐਕਸ਼ਨ ਚਾਹੁੰਦੇ ਆ ਤਾਂ ਪ੍ਰਬੰਧਕਾਂ ਦੇ ਉੱਤੇ ਆ। ਜੋ ਨਹੀਂ ਕਿਹਾ ਸੀ, ਉਹਨਾਂ ਦੇ ਸੱਦੇ ਤੇ ਆਏ ਸੀ। ਉਹਨਾਂ ਦੇ ਸੱਦੇ ਤੇ ਆਏ ਸੀ। ਮੈਂ ਇਹ ਕਿਹਾ ਕਿ ਉਹਨਾਂ ਦੇ ਸੱਦੇ ਤੇ ਆਏ ਸੀ, ਇਹ ਨਹੀਂ ਹੋਣਾ ਚਾਹੀਦਾ ਸੀ। ਦੇਖੋ FIR ਕੀ ਹੁੰਦੀ ਆ? ਫਸਟ ਇਨਫੋਰਮੇਸ਼ਨ ਰਿਪੋਰਟ। ਜਿਨ੍ਹਾਂ ਨੂੰ ਕਰਨੀ ਸੀ ਉਹ ਤਾਂ ਸਾਰੇ ਉੱਥੇ ਖੜੇ ਆ। ਨਹੀਂ ਹੋ ਕੋਈ ਹਰ ਗੱਲ ਕੋਈ ਸਾਡੇ ਤੇ ਹੁੰਦੀ ਹੈ ਕਿ ਜ਼ਰੂਰੀ ਹੈ ਕਿ ਅਸੀਂ ਉੱਥੇ ਜਾ ਕੇ ਪਾਰਟੀ ਬਣਾਂਗੇ। ਉਹਨਾਂ ਦੀ ਕੋਈ ਡਿਊਟੀ ਨਹੀਂ ਬਣਦੀ। ਯੂਟੀ ਦੀ ਪੁਲਿਸ ਉੱਥੇ ਆ, ਮੋਹਾਲੀ ਦੀ ਪੁਲਿਸ ਉੱਥੇ ਆ, ਤੇ ਕਿਹਨੂੰ ਇਨਫੋਰਮੇਸ਼ਨ ਦੇਣੀ? ਅਸੀਂ ਸਰਕਾਰ ਦੀਆਂ ਵੀ ਡਿਊਟੀਆਂ ਹੁੰਦੀਆਂ। ਇੱਕ ਐਜੀਟੇਸ਼ਨ ਚੱਲ ਰਿਹਾ ਉੱਥੇ, ਤੇ ਇਹਨਾਂ ਨੂੰ ਕੀ ਹੋਰ ਕੀ ਇਨਫੋਰਮੇਸ਼ਨ ਚਾਹੀਦੀ? ਪ੍ਰਕਿਰਿਆ ਵੀ ਹੁੰਦੀ ਹੈ ਜੀ, ਬਿਆਨ ਲਿਖਾਉਣੇ ਜਿਹੜੇ ਨਹੀਂ ਬਿਆਨ ਤੁਸੀਂ ਸਾਰਾ ਵੇਖੋ, ਦੱਸ ਦਿਓ। ਪੁਲਿਸ ਕੋਲੇ ਖੁਦ ਪਾਵਰ ਹੈ ਬਿਆਨ ਲਿਖਾਉਣ ਦੀ, ਰਬਟ ਲਿਖਾਉਣ ਦੀ। ਪੁਲਿਸ ਮਾਲਕ ਹੈ, ਪੁਲਿਸ ਆਪ ਲਿਖਾ ਸਕਦੀ ਹੈ। ਅਕਾਲੀ ਦਲ ਵੀ FIR ਨਹੀਂ ਦਰਜ ਕਰਾਏਗਾ, ਉਹ ਆਪ ਕਰਨ। ਦੇਖੋ ਪ੍ਰਬੰਧਕਾਂ ਨਹੀਂ, ਅਕਾਲੀ ਦਲ ਨਹੀਂ, ਸ਼੍ਰੋਮਣੀ ਕਮੇਟੀ ਦੇ ਨਾਲ ਇਹ ਗੱਲ ਸੀ। ਅਕਾਲੀ ਦਲ ਦਾ ਤਾਂ ਉੱਥੇ ਕੋਈ ਬੰਦਾ ਸਾਡਾ ਚ ਤਾਂ ਕੋਈ ਨਹੀਂ ਸੀ। ਸੁਣੋ ਇੱਕ ਮਿੰਟ, ਮੈਂ ਤੁਹਾਨੂੰ ਕਲੀਅਰ ਕਰਦਾ ਮੈਂ ਗੱਲ। FIR ਨਾਲ ਗੱਲ ਮੈਂ ਕਰਦਾ। ਇੰਸੀਡੈਂਟ ਹੁਣ ਹੋਈ ਹੈ, ਕੁਝ ਦਿਨ ਪਹਿਲਾਂ ਹੋਈ ਹੈ ਇੰਸੀਡੈਂਟ। ਪ੍ਰਧਾਨ ਸਾਹਿਬ ਨੇ ਆਪਣਾ ਪੱਖ ਜਿਹੜਾ ਸੀ ਸਾਰਾ ਸਾਨੂੰ ਪਾਰਟੀ ਨੂੰ ਬਰੀਫ ਕੀਤਾ। ਹਾਲੇ ਕੋਈ ਇਸ ਪ੍ਰੈਸ ਕਾਨਫਰੰਸ ਦੇ ਨਾਲ ਸਾਰਾ ਕੁਝ ਫਾਈਨਲ ਨਹੀਂ ਹੋ ਜਾਂਦਾ। ਹਾਲੇ ਇਹ ਡੀਪਲੀ ਮੁੱਦਾ ਡਿਸਕਸ ਹੋਏਗਾ ਪਾਰਟੀ ਦੇ ਵਿੱਚ ਵੀ ਜਿਹੜਾ ਹੈ, ਕਿਉਂਕਿ ਘੰਟੇ ਦੇ ਵਿੱਚ ਤਾਂ ਸਾਰੀ ਪਾਰਟੀ ਇਕੱਠੀ ਨਹੀਂ ਹੋ ਸਕਦੀ। ਅਸੀਂ ਵੀ ਇਹਦੀ ਇੱਕ ਗੱਲ ਦੀ ਤਹਿ ਦੇ ਵਿੱਚ ਜਾਵਾਂਗੇ, ਪਰ ਅਸੀਂ ਪ੍ਰਸ਼ਾਸਨ ਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈ ਕਿ ਕੱਲਾ ਉੱਥੇ ਯੂਨੀਫਾਰਮ ਪਾ ਕੇ ਖੜਨ ਦਾ ਮਤਲਬ ਨਹੀਂ ਹੁੰਦਾ। ਜਿੱਥੇ ਐਡੀਆਂ ਵੱਡੀਆਂ ਸ਼ਖਸੀਅਤਾਂ ਗਈਆਂ, ਉਹ ਜਿੱਥੇ ਤੁਹਾਨੂੰ ਲੱਗਦਾ ਕਿ ਕੋਈ ਤਣਾਅ ਹੋ ਸਕਦਾ, ਇੰਟੈਲੀਜੈਂਸ ਗਵਰਨਮੈਂਟ ਦੀ ਕਿਹੜੇ ਕੰਮ ਵਾਸਤੇ ਹੁੰਦੀ ਆ, ਅਸੀਂ ਉਹਨਾਂ ਦੀ ਵੀ ਵੇਟ ਕਰਦੇ ਹਾਂ ਕਿ ਉਹ ਕੀ ਆਪਣਾ ਫਰਜ਼ ਅਦਾ ਕਰਦੇ। ਚੀਮਾ ਸਾਹਿਬ ਜਿਹੜਾ ਧਾਮੀ ਸਾਹਿਬ ਹੁਣੀ ਕਹਿ ਕੇ ਗਏ, ਤੁਸੀਂ ਕਹਿੰਦੇ ਉਹਨਾਂ ਨੇ ਆਪਣਾ ਪੱਖ ਰੱਖਿਆ ਹੈ ਪ੍ਰਧਾਨ ਸਾਹਿਬ ਨੇ, ਉਹਨਾਂ ਨੇ ਇਹ ਵੀ ਕਿਹਾ ਕਿ ਨਿਸ਼ਾਨਦੇਹੀਆਂ ਹੋ ਜਾਂਦੀਆਂ ਹੁੰਦੀਆਂ। ਕੀ ਉਹ ਨਿਸ਼ਾਨਦੇਹੀ ਤੁਸੀਂ ਲੋਕ ਕਰੋਗੇ ਔਰ ਉਹਦਾ ਕੋਈ ਹੈ? ਨਿਸ਼ਾਨਦੇਹੀ ਤਾਂ ਮੀਡੀਆ ਵੀ ਕਰਾਏਗਾ, ਤੁਹਾਡੇ ਤੋਂ ਵੀ ਅਸੀਂ ਉਮੀਦ ਕਰਦੇ ਹਾਂ। ਸਾਰਿਆਂ ਦੀ ਡਿਊਟੀ ਹੈ, ਸਾਡੀ ਵੀ ਡਿਊਟੀ ਹੈ, ਤੁਹਾਡੀ ਵੀ ਡਿਊਟੀ ਹੈ, ਗਵਰਨਮੈਂਟ ਦੀ ਵੀ ਡਿਊਟੀ ਹੈ, ਜੋ ਸੱਚ ਹੈ ਸਾਹਮਣੇ ਆਵੇ। ਨਹੀਂ, ਤੁਹਾਡੇ ਕੋਲ ਜ਼ਿਆਦਾ ਸਬੂਤ ਨੇ। ਅੱਜ ਕੱਲ੍ਹ ਤਾਂ ਤੁਹਾਡੇ ਸਬੂਤ ਲੈ ਕੇ ਪੁਲਿਸ ਦੇਖਦੀ ਆ ਕਿ ਕਿਹੜਾ ਕੈਮਰੇ ਵਾਲਾ ਸੀ। ਤੁਹਾਨੂੰ ਬੇਨਤੀ ਕਰਦੇ ਆ ਵੀ ਕੱਲੇ ਦਾ ਜਰਾ ਫੋਕਸ ਕਰਕੇ ਦਿਖਾਓ। ਜੇਕਰ ਚੀਮਾ ਸਾਹਿਬ ਤੁਹਾਡੀ ਵੀ ਤਾਂ ਡਿਊਟੀ ਹੈ। ਜੇਕਰ ਨਹੀਂ ਕਾਰਵਾਈ ਕਰਦੇ ਤਾਂ ਅਕਾਲੀ ਦਲ ਦਾ ਅਗਲਾ ਕੀ ਐਕਸ਼ਨ ਹੋਏਗਾ? ਉਹ ਅਸੀਂ ਵਿਚਾਰਾਂਗੇ ਨਾ। ਉਹ ਤਾਂ ਸਾਰਾ ਬੜਾ ਵੱਡਾ ਮਸਲਾ ਹੈ, ਬੜਾ ਗੰਭੀਰ ਮਸਲਾ ਹੈ। ਡੂੰਘਾਈ ਨਾਲ ਵਿਚਾਰ ਕਰਕੇ ਫਿਰ ਪਾਰਟੀ ਫੈਸਲਾ ਕਰੇਗੀ। ਜੀ ਤੁਸੀਂ ਕਹਿ ਰਹੇ ਹੋ ਏਜੰਸੀਆਂ ਇਸ ਦੇ ਪਿੱਛੇ ਲੱਗਦੀਆਂ, ਕਿਸ ਬੇਸਿਸ ਤੇ ਕਹਿ ਰਹੇ ਹੋ ਏਜੰਸੀਆਂ ਲੱਗਦੀਆਂ? ਦੇਖੋ ਗੱਲ ਇਹ ਹੈ ਕਿ ਸਾਡਾ ਜਿਹੜਾ ਨਿਸ਼ਾਨਾ ਹੈ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਿਸ਼ਾਨਾ, ਜਾਂ ਜਿਹੜੇ ਉੱਥੇ ਐਜੀਟੇਸ਼ਨ ਚਲਾ ਰਹੇ ਸਾਡੇ ਭਰਾ ਉਹਨਾਂ ਦਾ ਨਿਸ਼ਾਨਾ, ਸਾਰਿਆਂ ਦਾ ਬੰਦੀ ਸਿੰਘਾਂ ਦੀ ਰਾਈ ਹੈ। ਸਾਡਾ ਤਾਂ ਆਪੋ ਚ ਕਲੈਸ਼ ਹੈ ਨਹੀਂ। ਇਹ ਗੱਲ ਸਰਕਾਰਾਂ ਨੂੰ ਹੀ ਚੁੱਭਦੀ ਹੈ, ਕਿਸੇ ਹੋਰ ਨੂੰ ਤਾਂ ਚੁੱਭਦੀ ਨਹੀਂ। ਕਿਹੜੀ ਸਰਕਾਰ ਕਲੀਅਰ ਕਰ ਦੋ ਨਾ? ਪੰਜਾਬ ਦੋਨਾਂ ਹੀ ਸਰਕਾਰਾਂ, ਦਿੱਲੀ ਦੀ ਸਰਕਾਰ ਵੀ ਹੈ, ਕੇਂਦਰ ਦੀ ਸਰਕਾਰ ਵੀ ਹੈ।
ਉਹਨਾਂ ਨੇ ਫੈਸਲੇ ਲੈਣੇ ਆ। ਪੰਜਾਬ ਦੀ ਸਰਕਾਰ ਵੀ ਆ, ਅਸੀਂ ਸਰਕਾਰ ਦਾ ਕਿਸੇ ਨਾਂ ਤੋਂ ਲੈਣ ਤੋਂ ਗਰੇਜ ਨਹੀਂ ਕਰਦੇ। ਉਹਨਾਂ ਦੇ ਵਾਸਤੇ ਹੀ ਇਹ ਜਿਹੜੀ ਹੈਗੀ ਆ, ਇਸ ਮੁੱਦੇ ਤੇ ਜਵਾਬ ਦੇਣਾ ਔਖਾ ਹੁੰਦਾ। ਅਸੀਂ ਤਾਂ ਜਾਣੋ ਨੇ ਕਿ ਹਿਊਮਨ ਰਾਈਟਸ ਦਾ ਮੁੱਦਾ ਹੀ ਚੁੱਕਦੇ ਆ ਨਾ, ਪਰ ਤਕਲੀਫ ਉਹਦੀ ਉਹਨਾਂ ਨੂੰ ਹੁੰਦੀ ਆ। ਇਸ ਕਰਕੇ ਸਾਡਾ ਕੋਈ ਮੋਰਚੇ ਵਾਲਿਆਂ ਨਾਲ ਟਕਰਾਅ ਹੈ ਨਹੀਂ। ਜੋ ਉਹ ਮੰਗਦੇ ਪਏ ਆ ਉਹ ਕਾਜ ਤਾਂ ਸਾਂਝਾ ਹੀ ਆ ਸਾਰਿਆਂ ਦਾ। ਕਾਜ ਤਾਂ ਸਾਂਝਾ ਹੀ ਆ। ਉੱਥੇ ਦਾਦੂਆ ਸਾਹਿਬ ਨੇ ਕਿਹਾ ਸੀ, ਦਾਦੂਆ ਸਾਹਿਬ ਨੂੰ ਘੇਰ ਕੇ ਸਵਾਲ ਕੀਤੇ ਗਏ ਸੀ ਕਿ ਤੁਸੀਂ ਨਿਖੇਧੀ ਕਰਨੀ ਇਸ ਚੀਜ਼ ਦੀ। ਦਾਦੂਆ ਸਾਹਿਬ ਨੂੰ ਘੇਰ ਕੇ ਸਵਾਲ ਪੁੱਛੇ। ਮੈਂ ਕਹਿੰਦਾ ਕਿ ਇਹ ਜਿਹੜੇ ਕੰਮ ਹੁੰਦੇ ਨੇ, ਕੌਮੀ ਕਾਜ ਜਿਹੜੇ ਹੁੰਦੇ ਆ, ਇਹਦੇ ਤੇ ਕੋਈ ਵੀ ਸਮਰਥਨ ਦੇਣ ਆਵੇ ਤੇ ਉਹਨੂੰ ਵੈਲਕਮ ਕਰਨਾ ਚਾਹੀਦਾ ਹੁੰਦਾ। ਤੁਸੀਂ ਆਪੋ 'ਚ ਲੜ ਕੇ ਤੇ ਕੀ ਕੇਸ ਨੂੰ ਸਟਰੋਂਗ ਕਰਦੇ ਹੋ ਕਿ ਆਪਣੀ ਸ਼ਕਤੀ ਕਮਜ਼ੋਰ ਕਰਦੇ ਹੋ? ਕੋਈ ਹੋਵੇ ਭਾਵੇਂ ਦਾਦੂ ਵਾਲਾ। ਅਸੀਂ ਤਾਂ ਹਰ ਗਲਤ ਕੰਮ ਦੀ ਨਿਖੇਧੀ ਕਰਦੇ ਹਾਂ। ਕੋਈ ਗਲਤ ਕੰਮ ਹੈ, ਕੋਈ ਸਿੱਖ ਵਿਰੋਧੀ ਕੰਮ ਹੈ, ਕੋਈ ਗਲਤ ਕੰਮ ਹੈ, ਹਰ ਇੱਕ ਦੀ ਨਿਖੇਧੀ ਕਰਦੇ ਹਾਂ ਅਸੀਂ। ਚੀਮਾ ਸਾਹਿਬ 7 ਜਨਵਰੀ ਤੋਂ ਇਹ ਜਿਹੜਾ ਮੁਹੱਲੀ ਮੋਰਚਾ ਲੱਗਿਆ ਵਾਈਪੀਐਸ ਚੌਂਕ ਤੇ, ਉਸ ਤੋਂ 2-3 ਦਿਨ ਬਾਅਦ ਹੀ ਸ਼ਿਵ ਸੈਨਾ ਵਾਲਿਆਂ ਨੇ ਉਦਮ ਸਿੰਘ ਭਵਨ ਮੁਹਾਲੀ ਦੇ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ। ਪਟਿਆਲੇ ਤੋਂ ਪਵਨ ਗੁਪਤਾ ਜੀ ਵੀ ਆਏ ਸੀ। ਉਹ ਕਹਿੰਦੇ ਸੀਗੇ ਕਿ ਇਹਦੇ ਨਾਲ ਮਾਹੌਲ ਖਰਾਬ ਹੋਏਗਾ ਪੰਜਾਬ ਦਾ। ਚਲੋ ਹਰ ਇੱਕ ਦੀ ਆਪੋ ਆਪਣੀ ਸੋਚ ਹੁੰਦੀ ਹੈ, ਠੀਕ ਹੈ ਨਾ। ਅਸੀਂ ਤੇ ਜਿਹੜੀ ਹੈ ਇਸ ਮਸਲੇ ਦਾ ਸਮਰਥਨ ਕਰਨ ਵਾਸਤੇ ਡਟ ਕੇ ਓਪਨਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਚੱਲ ਕੇ ਗਏ। 20 ਮੈਂਬਰਾਂ ਨਾਲ ਕਰਕੇ ਅਸੀਂ ਉਹਨਾਂ ਦੀ ਜਿਹੜੀ ਹੈ ਡਿਮਾਂਡ ਦੇ ਨਾਲ ਸਹਿਮਤ ਆ ਵੀ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਇਸ ਕਰਕੇ ਅਸੀਂ ਤਾਂ ਉਸੇ ਪਰਪਸ ਵਾਸਤੇ ਗਏ। ਚੀਮਾ ਸਾਹਿਬ ਹੁਣ ਤੁਸੀਂ ਚਾਹੁੰਦੇ ਹੋ ਕਿ ਪੁਲਿਸ ਕਾਰਵਾਈ ਹੋਵੇ, ਮਾਹੌਲ ਖਰਾਬ ਹੋ ਰਿਹਾ, ਚਾਹੁੰਦੇ ਹੋ ਕਿ ਪੁਲਿਸ ਨਹੀਂ, ਕਿਸੇ ਦੀ ਵਿਚਾਰਧਾਰਾ ਹੋ ਸਕਦੀ ਹੈ, ਸਾਡਾ ਤਾਂ ਨਹੀਂ। ਉਹਨਾਂ ਦੀ ਆਪਣੀ ਕਿਸੇ ਦਾ ਵਿਚਾਰ ਹੋ ਸਕਦਾ। ਤੁਸੀਂ ਚਾਹੁੰਦੇ ਹੋ ਕਿ ਪੁਲਿਸ ਕਾਰਵਾਈ ਹੋਵੇ ਕਿ ਨਹੀਂ ਹੋਵੇ? ਮੈਂ ਕਿਹਾ ਅਸੀਂ ਤਾਂ ਕਹਿੰਦੇ ਆ, ਪਹਿਲਾਂ ਪ੍ਰਬੰਧਕਾਂ ਨੂੰ ਬੇਨਤੀ ਕਰਦੇ ਹਾਂ। ਉਹ ਨਹੀਂ ਕਰਾਉਂਦੇ ਸੀ, ਉਹ ਫਿਰ ਬਾਅਦ ਚ ਅਸੀਂ ਦੇਖਾਂਗੇ ਨਾ। ਹੁਣ ਇੱਥੇ ਪ੍ਰੈਸ ਕਾਨਫਰੰਸ 'ਚ ਸਾਰੇ ਫੈਸਲੇ ਨਹੀਂ ਹੁੰਦੇ। ਚੀਮਾ ਥੋੜ੍ਹੀ ਜਿਹੀ ਇੰਤਜ਼ਾਰ ਤੁਹਾਨੂੰ ਵੀ ਕਰਨੀ ਪਊਗੀ। ਚੀਮਾ ਸਾਹਿਬ ਉੱਥੇ ਨਾ ਇੱਕ ਗੱਲ ਸਾਹਮਣੇ ਆਈ ਹੈ। ਚੀਮਾ ਸਾਹਿਬ ਅੱਜ ਮਨਪ੍ਰੀਤ ਬਾਦਲ ਬੀਜੇਪੀ ਜੁਆਇਨ ਕਰਕੇ ਤੁਹਾਡੀ ਪਾਰਟੀ ਦਾ ਕੀ? ਦੇਖੋ, ਗੱਲ ਇਹ ਹੈ ਕਿ ਮੌਕਾ ਪ੍ਰਸਤੀ ਦੀ ਸਿਆਸਤ ਦਾ ਸਿਖਰ ਹੈ। ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀ, ਵਿੱਤ ਮੰਤਰੀ ਸਨ, ਆਪਣੀ ਪਾਰਟੀ ਬਣਾਈ, ਨਹੀਂ ਚੱਲੀ, ਕਾਂਗਰਸ ਚਲੇ ਗਏ, ਉੱਥੇ ਵਿੱਤ ਮੰਤਰੀ ਸੀਗੇ। ਹੁਣ 5 ਸਾਲ ਸੱਤਾ ਦਾ ਸੁੱਖ ਹੰਢਾ ਕੇ ਉਸ ਤੋਂ ਬਾਅਦ ਬੀਜੇਪੀ ਚਲੇ ਗਏ। ਨਹੀਂ, ਅੱਜ ਇੱਕ ਬਿਆਨ ਆਇਆ ਮਨਪ੍ਰੀਤ ਜੀ ਦਾ ਉੱਥੇ ਦਿੱਤਾ ਜਿਹੜਾ ਕਿ ਪੰਜਾਬ ਬਰਬਾਦ ਹੋ ਗਿਆ, ਮੈਂ ਤਾਂ ਚੱਲਿਆ ਉਧਰ। ਤੇ ਇਹ 10 ਮਹੀਨਿਆਂ 'ਚ ਬਰਬਾਦ ਹੋਇਆ ਕਿ ਪਿਛਲੇ 5 ਸਾਲਾਂ 'ਚ ਹੋਇਆ? ਤੁਹਾਡੇ ਵੀ ਫਾਈਨਾਂਸ ਮਿਨਿਸਟਰ ਸੀ ਮਲੂਕਾ ਸਾਹਿਬ, ਇੱਕ ਨਾ ਉੱਥੇ ਗੱਲ ਸਾਹਮਣੇ ਆਈ ਸੀਗੀ ਵੀ ਕੁਛ ਧਾਮੀ ਜੀ ਨੇ ਕੁਝ ਗਲਤ ਬੋਲਿਆ ਸੀਗਾ, ਉੱਥੇ ਕੁਝ ਸ਼ਬਦਾਂ ਦਾ ਫੇਰ ਹੋਇਆ ਸੀਗਾ, ਤੇ ਉਸ ਤੋਂ ਬਾਅਦ ਜਿਹੜਾ ਹੈ ਸੰਗਤ ਭੜਕੀ ਤੇ ਸਟੇਜ ਤੇ ਨਾ ਉਹ ਤਾਂ ਸਾਰਾ ਤੁਹਾਡੇ ਕੋਲੇ, ਤੁਸੀਂ ਸਾਰੀ ਪ੍ਰੈਸ ਉੱਥੇ ਸੀਗੀ, ਤੁਹਾਡੀ ਸਾਰੀ ਪ੍ਰੈਸ ਤੋਂ ਪਤਾ ਕਰ ਲਓ। ਜਥੇਦਾਰ ਸਾਹਿਬ ਨੂੰ ਤੁਸੀਂ ਜਥੇਦਾਰ ਨਹੀਂ ਮੰਨਦੇ। ਧਾਮੀ ਸਾਹਿਬ ਦੀ ਜਿਹੜੀ ਇਹ ਫੈਸਲੇ ਸਟੇਜਾਂ ਤੇ ਹੁੰਦੇ ਆ। ਧਾਮੀ ਸਾਹਿਬ ਦੀ ਜਿਹੜੀ ਸਪੀਚ ਹੈ ਬਹੁਤ ਵਧੀਆ ਬੈਲੈਂਸ ਸਪੀਚ ਹੈ। ਬੈਲੈਂਸਡ ਹੈਗੀ ਆ, ਤੁਸੀਂ ਸੁਣ ਲਿਓ ਆਪੇ। ਹਾਂ, ਨਾਲੇ ਕੁਝ ਗੱਲਾਂ ਬੈਠ ਕੇ ਹੁੰਦੀਆਂ, ਸਟੇਜਾਂ ਤੇ ਨਹੀਂ ਹੁੰਦੀਆਂ। ਥੈਂਕ ਯੂ ਜੀ। ਓਕੇ ਜੀ, ਜੀ ਆਇਆਂ ਨੂੰ ਸਾਰਿਆਂ ਨੂੰ। ਮੈਂ ਜੀ ਆਇਆਂ ਨੂੰ ਸਾਰਿਆਂ ਨੂੰ। ਮੈਂ ਸਾਰਿਆਂ ਦਾ ਧੰਨਵਾਦ।